वाहिगुरू जी का खालसा वाहिगुरू जी की फतेह। ਭਾਰਤੀ हुकूमत ਵੱਲੋਂ जून 1984 मौके श्री दरबार साहिब ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਜਿੱਥੇ ਜੁਝਾਰੂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉੱਥੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੂੰ ਵੀ ਭਾਰਤੀ ਫੌਜ ਵੱਲੋਂ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਵੀ ਭੰਗ ਕੀਤੀ। ਇੱਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਵੀ ਗੋਲੀਆਂ ਲੱਗੀਆਂ। ਸਮੇਂ ਦੀ ਹਕੂਮਤ ਦੇ ਇਸ ਕਾਰਨਾਮੇ ਬਾਰੇ ਸੰਗਤ ਨੂੰ ਜਾਣੂ ਕਰਵਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ उस पावन सरूप के मिति 2 जून तो 5 जून तक गुरुद्वारा बाबा गुरबख्श सिंह जी विखे दर्शन करवाए जा रहे हैं, जिसकी शुरुआत अज हो चुकी है। ये सानू दर्शन 84 तो बाद अज कराए गए। 37 साल हो गया। ये जख्म ਜਿਹੜੇ ਹੀ ਮਨ ਦੇ ਵਿੱਚ ਹਿਰਦੇ 'ਚ ਬਲੁੰਦਰਨ ਰਹੇ ਸੀਗੇ, ਇਹ ਦਰਸ਼ਨ ਕਰਕੇ ਦੁਬਾਰਾ ਤਾਜ਼ਾ ਹੋਈਆਂ ਗੱਲਾਂ। ਜੋ ਗੋਲੀ ਦਿਖਾਈ ਜਾਂਦੀ ਆ ਜਿੱਦਾਂ ਸਾਡੇ ਲੱਗੀ, ਉਹ ਸਾਡਾ ਉਤਵਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਲੜ ਲਾ ਕੇ ਗਏ। ਗੁਰੂ ਮਾਨਿਓ ਗ੍ਰੰਥ, ਜਦੋਂ ਸਾਡੇ ਗ੍ਰੰਥ ਸਾਹਿਬ ਨੂੰ ਗੋਲੀ ਲੱਗ ਗਈ ਤੇ ਸਿੱਖ ਜਿਹੜੇ ਉਹ ਕਿੱਦਾਂ ਖੁਸ਼ ਹੋ ਸਕਦੇ? ਉਹਨਾਂ ਦੇ ਮਨ ਹਮੇਸ਼ਾ ਸਦਾ ਲਈ ਦੁਖੀ ਰਹਿਣਗੇ। ਇਹ ਜੋ ਵੀ ਕੁਛ ਇਹਨਾਂ ਸੰਭਾਲਿਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦਾਂ ਕਰਾਉਣ ਲਈ। ਅਸੀਂ ਤਾਂ ਅੱਖੀਂ ਵੇਖ ਲਿਆ, ਸਾਡੀਆਂ ਪੀੜ੍ਹੀਆਂ ਤਾਂ ਨਹੀਂ ਵੇਖਿਆ। ਸਾਡੇ ਜਿਹੜੇ ਆਉਣ ਵਾਲੇ ਬੱਚੇ ਉਹਨਾਂ ਇਹੀ ਕੁਛ ਵੇਖਣਾ ਜੋ ਕਿ ਆ ਜੋ ਅਕਾਲ ਤਖਤ ਬਣਾਇਆ, ਉਹ ਅਸੀਂ ਤਾਂ ਵੇਖ ਲਿਆ ਢੱਠਾ। ਜੋ ਕੁਛ ਵੀ ਹੋਇਆ, ਭਾਈ ਅਮਰੀਕ ਸਿੰਘ ਮਰੇ, ਭਾਈ ਸ਼ਵੇਕ ਸਿੰਘ ਮਰੇ, ਕੇਰ ਸਿੰਘ ਮਰੇ, ਚਲੋ ਸਤਵੰਤ ਸਿੰਘ ਵੀ ਇਹਨਾਂ ਤੋਂ ਹੀ ਮਰੇ, ਬੇਅੰਤ ਸਿੰਘ ਵੀ ਇਹਨਾਂ ਤੋਂ ਹੀ ਮਰੇ, ਸਾਡੀ ਕੌਮ ਤੋਂ ਮਰੇ, ਅਕਾਲ ਤਖਤ ਤੋਂ ਮਰੇ। ਵੇਖੋ ਵੀ ਮਾਵਾਂ ਦੇ ਪੁੱਤ ਕੀ ਉਹਨਾਂ ਨੂੰ ਆਪਣੀ ਜ਼ਿੰਦਗੀ ਜਿੱਦਾਂ ਹੀ ਜਿਉਣ ਰਹੇ ਉਹਨਾਂ ਨੇ ਨਹੀਂ ਜਿਉਣੀ, ਉਹਨਾਂ ਨੇ ਹੀ ਘਰ ਵਸਾਉਣੇ। ਉਹਨਾਂ ਸਿੱਖਾਂ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜੋ ਕਿ ਗੌਰਮੈਂਟ ਨੇ ਫਾਂਸੀਆਂ ਲਾ ਲਓ, ਜਿੱਦਾਂ ਮਰਜ਼ੀ ਲਾ ਲਓ, ਉਹਨਾਂ ਆਪਣੇ ਮੁਤਾਬਕ ਲਾਈਆਂ। ਪਰ ਇੰਦਰਾ ਗਾਂਧੀ ਨੇ ਜੋ ਫੈਸਲਾ ਲਿਆ ਸੀ ਉਸ ਟਾਈਮ 'ਤੇ ਸਭ ਤੋਂ ਗਲਤ ਲਿਆ ਸੀ। ਸਾਡੇ ਵੇਖੋ ਅਸੀਂ ਛਬੀਲ ਪੀਣ ਆਏ, ਜਿੱਦਾਂ ਅੱਜ ਆਏ ਉੱਦਾਂ ਹੀ ਅਸੀਂ ਉਦੋਂ ਆਏ। ਉਦੋਂ ਆ ਕੇ ਸਾਨੂੰ ਹੱਥਿਆਂ ਨੂੰ ਅੰਦਰ ਕਾਬੂ ਕਰ ਲੈਂਦੇ। ਸਾਡੇ ਨੇ ਬੱਚੇ ਜਿਨ੍ਹਾਂ ਨੂੰ ਉਹਨਾਂ ਨੇ ਉਹ ਵੀ ਨਹੀਂ ਬਖਸ਼ਿਆ। ਕਿ ਜੇ ਉਹ ਕਹਿੰਦੇ ਉਹ ਬਾਹਾਂ ਖੜੀਆਂ ਕਰਕੇ ਜੋ ਵੀ ਸਾਡੇ ਆਏ ਸੀਗੇ ਮਹਿਮਾਨ ਇੱਥੇ, ਉਹ ਬਾਹਰ ਨਹੀਂ ਜਾ ਸਕਦੇ, ਉਹਨਾਂ ਦਾ ਕੀ ਕਸੂਰ ਸੀ? ਕਸੂਰ ਤਾਂ ਨਹੀਂ। ਕਸੂਰ ਤਾਂ ਭਾਈ ਅਮਰੀਕ ਸਿੰਘ ਦਾ ਵੀ ਨਹੀਂ, ਭਾਈ ਸ਼ਵੇਕ ਸਿੰਘ ਦਾ ਵੀ ਨਹੀਂ। ਉਹਨਾਂ ਨੇ ਕੌਮ ਲਈ ਜੋ ਵੀ ਕੀਤਾ, ਅੱਜ ਜੇ ਉਹਨਾਂ ਦੀਆਂ ਅਜਾਇਬ ਘਰ ਵਿੱਚ ਤਸਵੀਰਾਂ ਲੱਗੀਆਂ ਤਾਂ ਕੋਈ ਗਲਤ ਨਹੀਂ ਲੱਗੀਆਂ। ਸਭ ਤੋਂ ਸਹੀ ਸਾਡੀ ਕੌਮ ਨੂੰ ਉਹਨਾਂ ਨੇ ਜਗਾਇਆ। ਸਾਡੇ ਸਿੱਖਾਂ ਦੇ ਵਿੱਚ ਜੋ ਸਾਨੂੰ ਨਹੀਂ ਨਾ ਪਤਾ, ਉਹ ਵੀ ਸਾਨੂੰ ਉਹਨਾਂ ਨੇ ਪਤਾ ਲਵਾਇਆ। ਜੋ ਕੁਛ ਅੱਜ ਅਕਾਲ ਤਖਤ ਦੇ ਸਾਹਿਬ ਭਾਵੇਂ ਜ਼ਖਮ ਬਾਹਰੋਂ ਮਿਟਾ ਦਿੱਤੇ ਗਏ ਆ, ਪਰ ਸਿੱਖਾਂ ਦੇ ਅੰਦਰੋਂ ਜ਼ਖਮ ਨਹੀਂ ਮਿਟੇ। ਜ਼ਖਮ ਓਡੇ ਦੇ ਓਡੇ ਹੀ ਕਾਇਮ ਨੇ। ਜਦੋਂ ਅਸੀਂ ਇਸ ਦਿਨ ਆਉਂਦੇ ਆ ਨਾ, ਸਾਨੂੰ ਉਹੀ ਸੀਨ ਚੇਤੇ ਆਉਂਦਾ ਵਾ ਜਿਹੜਾ ਉਦਣ ਹੀ ਛਬੀਲ ਵਾਲੇ ਦਿਨ 3 ਤਰੀਕ ਨੂੰ ਹੋਇਆ ਸੀ। ਸਾਡਾ ਗੁਰੂ ਇੱਕ ਤੱਤੀਆਂ ਲੋਹਾਂ 'ਤੇ ਬਵੇ, ਕਿਹਦੇ ਲਈ ਬੈਠਾ? ਸਾਡੇ ਲਈ ਬੈਠਾ। ਸਾਡੀ ਇਸ ਜੋ ਤੁਸੀਂ ਪੱਗ ਬੰਨੀ ਆ, ਅਸੀਂ ਦੁਪੱਟੇ ਲਏ ਆ, ਇਸ ਨੂੰ ਕਾਇਮ ਰੱਖਣ ਲਈ ਬੈਠੇ। ਉਹਨਾਂ ਨੇ ਆਪਣਾ ਆਪਾ ਵਾਰਤਾ, ਤੱਤੀਆਂ ਲੋਹਾਂ 'ਤੇ ਬੈਠੇ ਉਬਲਦੀਆਂ ਦੇਗਾਂ ਵਿੱਚ ਪਏ। ਕਿ ਅਸੀਂ ਇਹ ਦਰਬਾਰ ਸਾਹਿਬ ਦੇ ਦਰਸ਼ਨ ਵੀ ਨਹੀਂ ਕਰ ਸਕਦੇ, ਜੋ ਕਿ ਇੰਦਰਾ ਗਾਂਧੀ ਨੇ ਸਾਡਾ ਉਹ ਵੀ ਰੋਕਿਆ। ਕਿੰਨਾ ਚਿਰ ਸਾਨੂੰ ਰੋਕ ਛੱਡਿਆ। ਜਦ ਮੈਂ ਦਰਬਾਰ ਸਾਹਿਬ ਆਈ, ਮੈਂ ਗੋਲੀਆਂ ਨਾਲ 4 ਸਵੇਰੇ ਛਲਣੀ ਹੋਇਆ ਦੇਖਿਆ। ਕਾਲ ਤਖਤ ਢੱਠਾ ਹੋਇਆ, ਸੜਿਆ ਹੋਇਆ ਵੇਖਿਆ। ਇੱਥੇ ਉਹਨੇ ਜਿਹੜਾ ਇੱਥੇ ਆਇਆ ਸੀਗਾ, ਜਿਹਨੇ ਸੇਵਾ ਲਈ ਸੀ, ਉਹ ਇੱਥੇ ਬੈਠੇ ਆ, ਉਹ ਸੇਵਾ ਢਵਾਉਂਦੇ ਆ। ਪਰ ਉਸ ਵਕਤ ਮੈਂ ਇੱਕ ਨਾਰੀ ਹੋਣ ਦੇ ਮੁਤਾਬਕ ਕਰ ਕੁਛ ਨਹੀਂ ਸਕਦੀ, ਪਰ ਰੋ ਕੇ ਇੱਥੇ ਬਹੁਤ ਰੋ ਕੇ ਫਿਰ ਕਰ ਗਏ। ਤੇ ਆ ਕੇ ਮੈਂ ਆਖਿਆ ਕੁਛ ਨਹੀਂ ਹਾਲ ਕੀ ਸਾਡੇ ਨਾਲ ਹੋਇਆ। ਇੱਕ ਸਾਡਾ ਹੀ ਹਰ ਵਕਤ ਦਰਬਾਰ ਸਾਹਿਬ 'ਤੇ ਕਿਉਂ ਅਟੈਕ ਹੋਏ? ਕਿਉਂ ਸਿੱਖਾਂ ਨੂੰ ਇਹਨਾਂ ਦਬਾਇਆ ਜਾਂਦਾ? ਕਿਉਂ ਸਿੱਖ ਕੌਮ ਲਈ ਇਹ ਸਭ ਕੁਛ ਕੀਤਾ ਜਾਂਦਾ? ਇੱਕ ਸਿੱਖ ਹੀ ਗੌਰਮੈਂਟ ਨੂੰ ਕਿਉਂ ਨਹੀਂ ਚੰਗੇ ਲੱਗਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ 1984 'ਚ ਭਾਰਤ ਦੀ ਜ਼ਾਲਮ ਸਰਕਾਰ ਨੇ ਸਾਡੇ ਇਸ ਹਰਿਮੰਦਰ ਸਾਹਿਬ 'ਤੇ ਤੋਪਾਂ ਤੇ ਟੈਂਕਾਂ ਨੇ ਹਮਲਾ ਕਰਕੇ ਔਰ ਹਰਿਮੰਦਰ ਸਾਹਿਬ ਨੂੰ ਛਾਨਣੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਤੇ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਦਰਸ਼ਨ ਕਰਨ ਲਈਆਂ ਸੰਗਤਾਂ ਨੂੰ ਵੀ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਣਾ ਪਿਆ, ਸ਼ਹੀਦ ਕਰ ਦਿੱਤਾ ਗਿਆ। ਉਸੇ ਦਿਨ ਹਰਿਮੰਦਰ ਸਾਹਿਬ ਦੀ ਦੱਖਣੀ ਬਾਈ ਤੋਂ ਮਸ਼ੀਨ ਗਨ ਦੀ ਇੱਕ ਗੋਲੀ ਆਈ, ਉਹਦਾ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤਾ ਗਿਆ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਜਿਲਦ ਤੋਂ ਲੈ ਕੇ ਪਾਵਨ ਅੰਗ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਮੀ ਤੱਕ ਉਹ ਗੋਲੀ ਗਈ ਔਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜ਼ਖਮੀ ਕੀਤਾ ਔਰ ਜੋ ਬਹੁਤ ਹੀ ਵੱਡੀ ਬੇਅਦਬੀ ਜਿਹੜੀ ਸਾਡੇ ਇਸ ਦੇਸ਼ ਦੀ ਸਰਕਾਰ ਨੇ ਕੀਤੀ, ਸਾਡੇ ਨਾਲ ਧੱਕੇ ਕੀਤੇ ਔਰ ਅੱਜ ਪਿਛਲੇ ਸਾਲ 37 ਸਾਲ ਬਾਅਦ ਉਹ ਸਰੂਪ ਜਿਹੜਾ ਇੱਥੇ ਲਿਆ ਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਥਾਨ ਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਸਨ। ਤੇ ਉਸੇ ਤਰ੍ਹਾਂ ਇਸ ਸਾਲ ਵੀ ਇਸੇ ਮਹੀਨੇ ਅਟੈਕ ਹੋਇਆ ਸੀ ਇਹਨਾਂ ਦਿਨਾਂ 'ਚ ਹੀ ਔਰ ਇਸ ਕਰਕੇ ਉਸ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਆ ਉਹ ਮਹਾਰਾਜ ਦਾ ਪ੍ਰਕਾਸ਼ ਜਿਹੜਾ ਉਹ ਇੱਥੇ ਲਿਆ ਕੇ ਰੱਖਿਆ ਗਿਆ ਔਰ ਸੰਗਤਾਂ ਨੂੰ ਦਰਸ਼ਨ ਕਰਾ ਰਹੇ, ਸੰਗਤਾਂ ਦਰਸ਼ਨ ਕਰ ਰਹੀਆਂ ਔਰ ਮੈਂ ਸਮਝਦਾ ਵੀ ਸਾਡੀ ਸਿੱਖ ਕੌਮ ਦੀ ਜਿਹੜੀ ਨਸਲ ਕੁਸ਼ੀਕਰਨ ਕਰਨੀ ਚਾਹੀਦੀ ਸੀ, ਹੁਣ ਸਾਡੀ ਅਗਲੀ ਪੀੜ੍ਹੀ ਵੀ ਜਿਹੜੀ ਆ ਉਹਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਤੇ ਵੀ ਇਹ ਗੱਲ ਦਾ ਵੀ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦਾ, ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਪਿਆਰਾ ਨਹੀਂ, ਸਭ ਤੋਂ ਵੱਧ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਤੇ ਇਹ ਸਾਡੀ ਪੀੜ੍ਹੀ ਨੂੰ ਪਤਾ ਲੱਗੇ ਕਿ ਇਹ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ, ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ, ਔਰਤਾਂ ਨੂੰ ਸ਼ਹੀਦ ਕੀਤਾ ਔਰ ਬੜਾ ਵੱਡਾ ਨੁਕਸਾਨ ਕੀਤਾ। ਔਰ ਉਹਦੇ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਸਾਨੂੰ ਅੱਜ ਤੱਕ 37-38 ਸਾਲ ਬਾਅਦ ਵੀ ਪੂਰਾ ਇਨਸਾਫ ਅਜੇ ਤੱਕ ਨਹੀਂ ਮਿਲਿਆ। ਸਾਡੇ ਗੁਰਸਿੱਖਾਂ ਨੂੰ ਦਿੱਲੀ 'ਚ, ਬਕਾਰੋ 'ਚ ਔਰ ਦੇਸ਼ ਦੇ ਵੱਖਰੇ ਵੱਖਰੇ ਕੋਨਿਆਂ 'ਚ ਸ਼ਹੀਦ ਕੀਤਾ, ਉਹਨਾਂ ਨੂੰ ਗਲਾਂ 'ਚ ਟਾਇਰ ਪਾ ਕੇ, ਬੱਚਿਆਂ ਨੂੰ ਪਾੜ ਕੇ, ਉਹਨਾਂ ਨੂੰ ਜਿਉਂਦੇ ਸਾੜ ਕੇ ਸ਼ਹੀਦ ਕੀਤਾ ਗਿਆ। ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਨੂੰ ਉਹਦਾ ਪੂਰਨ ਇਨਸਾਫ ਨਹੀਂ ਦਿੱਤਾ। ਸੋ ਇਹ ਸ਼ਹਾਦਤਾਂ ਜਿਹੜੀਆਂ ਸਿੱਖ ਕੌਮ ਲਈ ਸਦਾ ਹੀ ਮਾਣ ਵਾਲੀ ਗੱਲ ਵੀ ਰਹਿਣਗੀਆਂ ਔਰ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਵਾਹਿਗੁਰੂ ਬਖਸ਼ਿਸ਼ ਕਰ ਇਹ ਕੌਮ ਦੀ ਇਸੇ ਤਰ੍ਹਾਂ ਚੜ੍ਹਦੀ ਕਲਾ ਰਵੇ, ਹਮੇਸ਼ਾ ਹੀ ਇਹ ਚੜ੍ਹਦੀਆਂ ਕਲਾ 'ਚ ਤੇਰੀਆਂ ਬਖਸ਼ਾਂ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਪਾਤਸ਼ਾਹੀ 6ਵੀਂ ਅਤੇ ਪਾਤਸ਼ਾਹੀ 9ਵੀਂ ਕੁਰਹਾਲੀ ਸਾਹਿਬ ਵਿਖੇ 1 ਜੂਨ ਤੋਂ ਗੁਰਮਤਿ ਸਿਖਲਾਈ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਹੋ ਚੁੱਕੇ ਨੇ। ਇਹਨਾਂ ਕੈਂਪਾਂ ਵਿੱਚ ਬੱਚਿਆਂ ਨੂੰ ਸਿੱਖ ਰਹਿਤ ਮਰਿਆਦਾ, ਗੁਰੂ ਸਾਹਿਬਾਨ ਦਾ ਜੀਵਨ, ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਪਹੁੰਚ ਕੇ ਬੱਚਿਆਂ ਦੀਆਂ ਕਲਾਸਾਂ ਲਗਾ ਰਹੇ ਨੇ। ठीक है जी, पीछे सियाणपां पूरियां बनना ये सारी चीज़ें है। ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਰ ਕੈਂਪ ਲਗਾਏ ਜਾ ਰਹੇ ਨੇ, ਜਿਸ ਦੇ ਤਹਿਤ ਜਗ੍ਹਾ ਜਗ੍ਹਾ ਜਾ ਕੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਜਾਂਚ ਦੇ ਨਾਲ ਜੋੜਿਆ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਪ੍ਰਚਾਰ ਵਹੀਰ ਰਵਾਨਾ ਹੋਈ। ਇਸ ਬਾਰੇ ਸਬ ਆਫਿਸ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਸਰਦਾਰ ਭੋਲਾ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ, ਸਾਡੇ ਧਰਮ ਪ੍ਰਚਾਰ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਜੀ ਕਾਲਮਾ ਤੇ ਸਮੁੱਚੇ ਮਾਲਵਾ ਜ਼ੋਨ ਦੇ ਮੈਂਬਰ ਸਾਹਿਬਾਨਾਂ, ਪ੍ਰਚਾਰਕ ਢਾਡੀ ਕਵਿਚਰ ਸਾਹਿਬਾਨਾਂ ਨੇ ਮਿਤੀ 26 ਮਈ 2022 ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮੀਟਿੰਗ ਕਰਕੇ ਗੁਰੂ ਕੇ ਬਾਗ ਮੋਰਚੇ ਅਤੇ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ 100 ਸਾਲਾ ਸ਼ਤਾਬਦੀ ਸਮੇਂ ਸਿੰਘ ਸਜੋ ਅੰਮ੍ਰਿਤ ਸਕੋ ਲਹਿਰ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਮਾਲਵਾ ਜ਼ੋਨ ਦੇ 10 ਜ਼ਿਲ੍ਹਿਆਂ ਵਿੱਚ ਤੇ 44 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਿਆਂ ਵਿੱਚ ਬੱਚਿਆਂ ਨੂੰ
ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਗੁਰਮਤਿ ਸਮਰ ਕੈਂਪ ਲਾਉਣ ਦਾ ਆਦੇਸ਼ ਵੀ ਪ੍ਰਾਪਤ ਹੋਇਆ ਸੀ। ਉਸੇ ਦਿਨ ਤੋਂ ਅਸੀਂ ਮਾਲਵਾ ਜ਼ੋਨ ਦੇ 44 ਹਲਕਿਆਂ ਵਿੱਚ ਮੀਟਿੰਗਾਂ ਕਰਕੇ ਕਈਆਂ ਦਾ 25 ਤਰੀਕ ਤੋਂ ਹੀ ਗੁਰਮਤਿ ਸਮਰ ਕੈਂਪ ਸ਼ੁਰੂ ਕਰ ਲਏ ਸੀ, ਪਰ 1 ਜੂਨ ਤੋਂ ਸਾਡੇ 44 ਹਲਕਿਆਂ ਵਿੱਚ ਗੁਰਮਤਿ ਸਮਰ ਕੈਂਪ ਸ਼ੁਰੂ ਹੋ ਚੁੱਕੇ ਨੇ। ਅੱਜ ਲਈ ਬਸ ਇਹ ਨਹੀਂ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।